ਹੈਲੋ ਗਾਇਸ, ਵੈਲਕਮ ਟੂ ਮਾਈ YouTube ਚੈਨਲ। ਅੱਜ ਅਸੀਂ ਗੱਲ ਕਰਾਂਗੇ ਮਾਡਰਨ ਹਿਸਟਰੀ ਦੇ ਬਾਰੇ। ਠੀਕ ਹੈ, ਮਾਡਰਨ ਹਿਸਟਰੀ 'ਚ ਜਿਹੜੀ ਕਿ 3 ਰਾਊਂਡ ਟੇਬਲ ਕਾਨਫਰੰਸਿਸ ਹੋਈ ਸੀ, ਸਾਨੂੰ ਪਤਾ 1930, 31 ਤੇ 32 'ਚ ਹੋਈ ਸੀ। ਤੇ ਉਹਨਾਂ ਬਾਰੇ ਗੱਲ ਕਰਾਂਗੇ ਕਿ ਆ 3 ਰਾਊਂਡ ਟੇਬਲ ਕਾਨਫਰੰਸਿਸ ਹੁੰਦੀ ਕੀ ਸੀ, ਕਿੱਦਾਂ ਹੋਈ ਸੀ, ਜਿੰਨੇ ਵੀ ਇੰਪੋਰਟੈਂਟ ਕੁਐਸਚਨਸ ਬਣਦੇ ਨੇ ਇਹਦੇ ਤੇ। ਕੋਆਪਰੇਟਿਵ ਇੰਸਪੈਕਟਰ ਦਾ ਪੇਪਰ ਹੋ ਗਿਆ, SSC CGL ਦਾ ਪੇਪਰ ਹੋ ਗਿਆ, ਪੰਜਾਬ ਗਵਰਨਮੈਂਟ ਐਗਜ਼ਾਮਸ ਪੇਪਰ ਹੋ ਗਏ, ਕਾਂਸਟੇਬਲ ਦਾ ਪੇਪਰ ਹੋ ਗਿਆ, SI ਦਾ ਪੇਪਰ ਹੋ ਗਿਆ। ਇਹਨਾਂ 'ਚੋਂ ਨਾ 1-2 ਕੁਐਸਚਨਸ ਜ਼ਰੂਰ ਆ ਜਾਂਦਾ 3 ਰਾਊਂਡ ਟੇਬਲ ਕਾਨਫਰੰਸਿਸ ਮਾਡਰਨ ਹਿਸਟਰੀ 'ਚ ਸਪੈਸ਼ਲੀ। ਤੇ ਇਹਨਾਂ 'ਚ ਜਿੰਨੇ ਵੀ ਇੰਪੋਰਟੈਂਟ ਕੁਐਸਚਨਸ ਆ ਜਾਂਦੇ ਨੇ ਉਹ ਸਾਰੇ ਡਿਸਕਸ ਕਰਾਂਗੇ ਇੱਕ ਵਾਰੀ। ਕਾਪੀ ਪੈਨ ਲੈ ਕੇ ਤਿਆਰ ਹੋ ਜਾਓ ਆਪਣਾ, ਤੇ ਜਿੰਨੇ ਵੀ ਮੈਂ ਲਿਖਾਉਂਗਾ ਨਾ ਬਹੁਤ ਇੰਪੋਰਟੈਂਟ ਕੁਐਸਚਨਸ ਬਣਨਗੇ, ਤੇ ਕਾਪੀ ਪੈਨ ਲੈ ਕੇ ਨੋਟ ਕਰਦੇ ਰਹੋ। ਤੇ ਇਦਾਂ ਹੀ ਹੋਰ ਵੀਡੀਓਜ਼ ਦੇਖਣ ਲਈ ਨਾ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ, ਤੇ ਨਾ ਬਿਨਾਂ ਕਿਸੇ ਡਿਲੇ ਤੋਂ ਚੱਲਦੇ ਆ। ਓਕੇ, ਸੋ 3 ਰਾਊਂਡ ਟੇਬਲ ਕਾਨਫਰੰਸ ਹੋਏ ਤਾਂ ਜਿਹੜਾ ਕਿਉਂ ਹੋਇਆ ਸੀ ਆ ਨਾ, ਜਿਹੜਾ ਸਾਈਮਨ ਕਮਿਸ਼ਨ, ਸਾਨੂੰ ਪਤਾ ਕਿ ਸਾਈਮਨ ਕਮਿਸ਼ਨ ਆਇਆ ਸੀ ਫਰਵਰੀ 1928 ਚ। ਉਹਦੀ ਰਿਪੋਰਟ ਨੂੰ ਡਿਸਕਸ ਕਰਨ ਲਈ ਰਾਊਂਡ ਟੇਬਲ ਕਾਨਫਰੰਸਿਸ ਬੁਲਾਏ ਸੀ ਲੰਡਨ ਦੇ ਵਿੱਚ। ਤੇ ਕੀ ਹੋਇਆ, ਜਿਹੜਾ ਮੁਸਲਿਮ ਲੀਗ ਦੇ ਮੁਹੰਮਦ ਅਲੀ ਜਿੰਨਾ, ਉਸਨੇ ਕੀ ਕਿਹਾ, ਉਹਨੇ ਨਾ ਇਰਵਿਨ ਜਿਹੜਾ ਉਸ ਟਾਈਮ ਤੇ ਵਾਇਸਰੋਏ ਸੀ, ਉਹਨੂੰ ਕਿ ਸਾਰੀ ਪਾਰਟੀਆਂ ਨੂੰ ਇਨਵਾਈਟ ਕਰੋ, ਡਿਸਕਸ ਕਰ ਸਕਣ ਸਾਰੀ ਪਾਰਟੀਆਂ। ਤੇ ਉਸ ਟਾਈਮ ਤੇ ਨਾ ਇੱਕ ਸਾਨੂੰ ਪਤਾ ਕਿ ਸਾਈਮਨ ਕਮਿਸ਼ਨ ਤੋਂ ਬਾਅਦ ਇੱਕ ਨਾ ਗਾਂਧੀ ਨੇ ਮੂਵਮੈਂਟ ਚਲਾਈ ਸੀ, ਸਿਵਲ ਡਿਸਓਬੀਡੀਐਂਟ ਮੂਵਮੈਂਟ 1930 ਦੇ ਵਿੱਚ। ਠੀਕ ਹੈ, ਜਿਸ ਕਰਕੇ ਕਾਫੀ ਸਾਰੇ ਇੰਡੀਅਨ ਨੈਸ਼ਨਲ ਕਾਂਗਰਸ ਦੇ ਕਾਫੀ ਮੈਂਬਰ ਜੇਲ੍ਹਾਂ 'ਚ ਬੰਦ ਸੀ। 3 ਰਾਊਂਡ ਟੇਬਲ ਕਾਨਫਰੰਸਿਸ ਚਲਾਈ ਕਦੋਂ ਸੀ, 1930, 1931 ਤੇ 1932। ਠੀਕ ਹੈ, ਆ 3 ਰਾਊਂਡ ਟੇਬਲ ਕਾਨਫਰੰਸਿਸ ਹੋਈ ਸੀ। ਇਹਦਾ ਵੈਨਿਊ ਕਿੱਥੇ ਹੋਈ ਸੀ, ਆ ਹੋਈ ਸੀ ਸੇਂਟ ਜੇਮਸ ਪੈਲੇਸ ਦੇ ਵਿੱਚ, ਜਿਹੜਾ ਕਿ ਹੈ ਲੰਡਨ ਦੇ ਵਿੱਚ। ਤੇ ਉਹਦੇ CM ਜਾਂ ਫਿਰ ਪ੍ਰੈਜ਼ੀਡੈਂਟ ਕੌਣ ਸੀ, CM ਜਾਂ ਪ੍ਰੈਜ਼ੀਡੈਂਟ? CM ਪ੍ਰੈਜ਼ੀਡੈਂਟ ਸੀ ਇਹਦੇ ਬ੍ਰਿਟੇਨ ਦੇ ਪ੍ਰਾਈਮ ਮਿਨਿਸਟਰ। ਉਸ ਟਾਈਮ ਬ੍ਰਿਟੇਨ ਦੇ ਪ੍ਰਾਈਮ ਮਿਨਿਸਟਰ ਕੌਣ ਸੀ? ਮੈਕਡੋਨਾਲਡ। ਤੇ 3 ਰਾਊਂਡ ਟੇਬਲ ਕਾਨਫਰੰਸਿਸ ਇਨੈਗੂਰੇਟ ਕਿਹਨੇ ਕੀਤੀ ਸੀ? ਕੋਈ ਵੀ ਵੱਡਾ ਕੰਮ ਕਿੰਗ ਕਰਦਾ ਹਨਾ, ਜਾਂ ਸਾਡੇ ਇੰਡੀਆ 'ਚ ਕਰੇ ਤਾਂ ਉਹ ਪ੍ਰੈਜ਼ੀਡੈਂਟ ਕਰੂਗਾ, ਉਦਾਂ ਹੀ ਬ੍ਰਿਟੇਨ ਦੇ ਕਿੰਗ ਨੇ ਇਨੈਗੂਰੇਟ ਕੀਤੀ ਸੀ ਰਾਊਂਡ ਟੇਬਲ ਕਾਨਫਰੰਸਿਸ। ਉਸ ਟਾਈਮ ਤੇ ਆਪਣੇ ਇਨੈਗੂਰੇਸ਼ਨ ਦੇ ਰਾਊਂਡ ਟੇਬਲ ਕਾਨਫਰੰਸਿਸ ਕਿਹਨੇ ਕੀਤੀ ਸੀ? ਉਸ ਟਾਈਮ ਸੀ ਆਪਣਾ ਜੋਰਜ 5। ਠੀਕ ਹੈ, ਤੇ ਕਈ ਵਾਰ ਪੇਪਰ 'ਚ ਪਤਾ ਆ ਵੀ ਸਕਦਾ ਹੈ ਕਿ ਨਾ ਵਾਇਸਰੋਏ ਕੌਣ ਸੀ ਇਸ ਟਾਈਮ ਦਾ। ਸਾਨੂੰ ਪਤਾ ਹੋਣਾ ਚਾਹੀਦਾ ਕਿ ਵਾਇਸਰੋਏ ਕੌਣ ਸੀ, ਲਾਰਡ ਇਰਵਿਨ। ਲਾਰਡ ਕਿਉਂ ਕਹੀਏ ਅਸੀਂ ਇਹਨਾਂ ਨੂੰ, ਹਨਾ, ਤਾਂ ਉਸ ਟਾਈਮ ਸੇ ਵਾਇਸਰੋਏ ਸੀ ਇਰਵਿਨ। ਠੀਕ ਹੈ, ਹੁਣ 3 ਰਾਊਂਡ ਟੇਬਲ ਕਾਨਫਰੰਸਿਸ ਨੂੰ ਇੱਕ ਕਰਕੇ ਅਸੀਂ ਡਿਸਕਸ ਕਰਾਂਗੇ ਕਿ ਫਰਸਟ ਰਾਊਂਡ ਟੇਬਲ ਕਾਨਫਰੰਸਿਸ 'ਚ ਕੀ ਹੋਇਆ, ਸੈਕੰਡ ਰਾਊਂਡ ਟੇਬਲ ਕਾਨਫਰੰਸਿਸ 'ਚ ਕੀ ਹੋਇਆ, ਤੇ ਕਿੰਨੇ ਜਿਹੜੇ ਨੇ ਪਾਰਟਿਸਿਪੇਟ ਕੀਤਾ। ਇਹਨਾਂ ਕੁਐਸਚਨਾਂ ਨੂੰ ਨਾ ਯਾਦ ਕਰ ਲਿਓ ਚੰਗੀ ਤਰ੍ਹਾਂ ਕਿ ਵੈਨਿਊ ਕੀ ਸੀ, CM ਕੌਣ ਸੀ, ਕਿਸਨੇ ਇਨੈਗੂਰੇਟ ਕੀਤਾ ਸੀ। ਠੀਕ ਹੈ, ਓਕੇ, ਸੋ ਫਰਸਟ ਰਾਊਂਡ ਟੇਬਲ ਕਾਨਫਰੰਸ ਤੇ ਚੱਲਦੇ ਹਾਂ। ਸੋ ਜਿਹੜੀ ਕਿ ਫਰਸਟ ਰਾਊਂਡ ਟੇਬਲ ਕਾਨਫਰੰਸ ਹੋਈ ਸੀ, ਫਰਸਟ ਰਾਊਂਡ ਟੇਬਲ ਕਾਨਫਰੰਸ, ਇਹਨੂੰ RTC ਲਿਖ ਰਿਹਾ ਮੈਂ, ਰਾਊਂਡ ਟੇਬਲ ਕਾਨਫਰੰਸ। ਵੈਸੇ ਤਾਂ ਹੋਈ ਸੀ ਦਸੰਬਰ 1930 ਤੋਂ ਲੈ ਕੇ ਜਨਵਰੀ 1931 ਤੱਕ। ਅਗਲਾ ਜਦੋਂ PhD ਨਾ ਕਰਨ ਲੱਜੋ ਕਿ ਆ ਤਾਂ 31 ਆ ਗਿਆ, ਤੇ ਆ ਫਰਸਟ ਰਾਊਂਡ ਟੇਬਲ ਕਾਨਫਰੰਸ ਤਾਂ ਤੁਸੀਂ ਕਿਹਾ 1930 ਚ ਹੋਈ ਸੀ। 1930 ਚ ਹੀ ਹੋਈ ਸੀ। ਆਹ ਡੇਟਾ ਯਾਦ ਕਰਨ ਦੀ ਲੋੜ ਨਹੀਂ ਹੈ ਵੈਸੇ, ਜੇ ਡੇਟ ਰੱਖਣੀ ਆ ਤਾਂ 5 ਦਸੰਬਰ ਤੋਂ ਲੈ ਕੇ 10 ਜਨਵਰੀ ਤੱਕ ਹੋਈ ਸੀ, ਬਟ ਆ ਪੇਪਰ 'ਚ ਆਉਂਦੀ ਨਹੀਂ ਹੈ ਤਾਂ ਕਰਨ ਦੀ ਲੋੜ ਨਹੀਂ। 1930 ਤੋਂ 1931 ਇਹ ਫਰਸਟ ਰਾਊਂਡ ਟੇਬਲ ਕਾਨਫਰੰਸ 'ਚ ਜਿਹੜੇ ਬ੍ਰਿਟਿਸ਼ਰਸ ਨੇ ਉਹਨਾਂ ਨੇ ਇੰਡੀਅਨ ਨੈਸ਼ਨਲ ਕਾਂਗਰਸ ਨੂੰ ਬੈਨ ਕਰਤਾ ਸੀ। ਕਿਉਂ ਬੈਨ ਕਰਤਾ ਸੀ? ਕਿਉਂਕਿ ਸਿਵਲ ਡਿਸਓਬੀਡੀਐਂਟ ਮੂਵਮੈਂਟ 'ਚ ਗਾਂਧੀ ਨੇ ਸੋਲਟ ਲੋ ਬ੍ਰੇਕ ਕੀਤਾ ਸੀ। ਸਾਰਿਆਂ ਨੇ ਇੰਡੀਅਨ ਨੈਸ਼ਨਲ ਕਾਂਗਰਸ ਨੇ ਵੀ ਬੈਨ ਕਰਤਾ ਸੀ ਕਿਉਂਕਿ ਉਹਨਾਂ ਦੀ ਰਿਪੋਰਟ ਨਹੀਂ ਪੇਸ਼ ਕੀਤੀ ਗਈ। ਇਹ ਸਾਰੀਆਂ ਗੱਲਾਂ ਸੀ, ਇਸ ਕਰਕੇ ਫਰਸਟ ਰਾਊਂਡ ਟੇਬਲ ਕਾਨਫਰੰਸ ਸੀ ਜਿਹੜੀ ਬ੍ਰਿਟਿਸ਼ਰਸ ਨੇ ਇੰਡੀਅਨ ਨੈਸ਼ਨਲ ਕਾਂਗਰਸ ਨੂੰ ਬੈਨ ਕੀਤਾ ਹੋਇਆ ਸੀ। ਇੰਡੀਅਨ ਨੈਸ਼ਨਲ ਕਾਂਗਰਸ ਦੇ ਕਾਫੀ ਲੀਡਰ ਜੇਲ੍ਹਾਂ 'ਚ ਬੰਦ ਸੀ, ਜਿਵੇਂ ਕਿ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ। ਸਿਵਲ ਡਿਸਓਬੀਡੀਐਂਟ ਮੂਵਮੈਂਟ ਕਰਕੇ ਇੰਡੀਅਨ ਨੈਸ਼ਨਲ ਕਾਂਗਰਸ ਵਾਲੇ ਸਾਈਮਨ ਕਮਿਸ਼ਨ ਨੂੰ ਬॉयਕਾਟ ਕਰ ਰਹੇ ਸੀ, ਜਿਸ 'ਚ ਲਾਠੀ ਚਾਰਜ 'ਚ ਲਾਲਾ ਲਾਜਪਤ ਰਾਏ ਦੀ ਡੈਥ ਵੀ ਹੋ ਗਈ ਸੀ। ਭਗਤ ਸਿੰਘ, ਰਾਜਗੁਰੂ ਸੁਖਦੇਵ ਨੂੰ, ਇਹਨਾਂ ਸਾਰਿਆਂ ਨੂੰ ਗ੍ਰਿਫਤਾਰ ਵੀ ਕਰ ਲਿਆ ਸੀ। ਠੀਕ ਹੈ, ਇਹਨਾਂ ਨੇ ਸਾਂਡਰਸ ਨੂੰ ਵੀ ਹੱਤਿਆ ਕੀਤੀ ਸੀ ਇਹਨਾਂ ਨੇ। ਉਸ ਤੋਂ ਬਾਅਦ ਸਾਈਮਨ ਕਮਿਸ਼ਨ ਦਾ ਆਲ ਓਵਰ ਇੰਡੀਆ ਬॉयਕਾਟ ਕਰ ਰਹੇ ਸੀ, ਬਟ ਉਸ ਤੇ ਡਿਸਕਸ਼ਨ ਨਹੀਂ ਕਰਨੀ। ਸਾਈਮਨ ਕਮਿਸ਼ਨ ਨੂੰ ਬॉयਕਾਟ ਕਰ ਰਹੇ ਸੀ। ਇਹਦਾ ਨਾ ਪਹਿਲਾ ਫਰਸਟ ਰਾਊਂਡ ਟੇਬਲ ਕਾਨਫਰੰਸ ਦਾ ਪਹਿਲਾ ਪੁਆਇੰਟ ਤਾਂ ਹੀ ਲਿਖੋ ਕਿ ਇੰਡੀਅਨ ਨੈਸ਼ਨਲ ਕਾਂਗਰਸ, INC ਮਤਲਬ ਇੰਡੀਅਨ ਨੈਸ਼ਨਲ ਕਾਂਗਰਸ, ਇਹਨੇ ਨਾ ਪਾਰਟਿਸਿਪੇਟ ਨਹੀਂ ਕੀਤਾ ਸੀ ਫਰਸਟ ਰਾਊਂਡ ਟੇਬਲ ਕਾਨਫਰੰਸ। ਮੈਂ ਦੱਸਦਾ ਵੀ ਕਿਉਂ ਨਹੀਂ ਕੀਤਾ ਸੀ, ਪੇਪਰ 'ਚ ਆ ਜਾਂਦਾ ਵੀ ਫਿਰ ਕਿਹੜੀ ਪਾਰਟੀਸ ਨੇ ਕੀਤਾ ਸੀ। ਮੁਸਲਿਮ ਲੀਗ ਪਾਰਟੀ ਨੇ ਕੀਤਾ ਸੀ। ਇਸ 'ਚ ਮੁਸਲਿਮ ਲੀਗ ਪਾਰਟੀ ਦੇ ਉਸ ਟਾਈਮ ਲੀਡਰ ਕੌਣ ਸੀ? ਮੁਹੰਮਦ ਜਿੰਨਾ। ਹੋਰ ਕਿਹੜੀ ਪਾਰਟੀ ਨੇ ਕੀਤਾ ਸੀ? ਹਿੰਦੂ ਮਹਾਸਭਾ। ਲਾਸਟ ਸੀ ਆਹ ਡਿਪਰੈਸਡ ਕਲਾਸਿਸ ਆ ਸੀ BR ਅੰਬੇਦਕਰ ਜੀ ਦੀ। ਠੀਕ ਹੈ, BR ਅੰਬੇਦਕਰ ਦੀ ਕਲਾਸਿਸ ਸੀ ਡਿਪਰੈਸਡ ਕਲਾਸਿਸ। ਇਹਨਾਂ ਨੇ BR ਅੰਬੇਦਕਰ ਨੇ ਵੀ ਫਰਸਟ ਰਾਊਂਡ ਟੇਬਲ ਕਾਨਫਰੰਸ 'ਚ ਹਿੱਸਾ ਲਿਆ ਸੀ। ਇਸ 'ਚ ਫਰਸਟ ਰਾਊਂਡ ਟੇਬਲ ਕਾਨਫਰੰਸ 'ਚ ਗੱਲ ਹੋਈ ਸੀ ਕਿ ਨਾ ਜਿਹੜਾ ਕਿ ਡੋਮੀਨੀਅਨ ਸਟੇਟਸ ਤੇ ਫੋਕਸ ਦਿੱਤਾ ਸੀ ਕਿ ਨਾ, ਬਟ ਸਾਰੀ ਪਾਰਟੀਆਂ ਨਹੀਂ ਆਈ। ਫਰਸਟ ਰਾਊਂਡ ਟੇਬਲ ਕਾਨਫਰੰਸ ਤੇ ਦਿੱਤਾ ਸੀ ਡੋਮੀਨੀਅਨ ਸਟੇਟਸ ਤੇ ਜ਼ਿਆਦਾ ਫੋਕਸ। ਡੋਮੀਨੀਅਨ ਸਟੇਟਸ ਮਤਲਬ ਕਿ ਬਣਾਉਣਗੇ ਤਾਂ ਇੰਡੀਅਨ ਸਾਰਾ ਕੁਝ, ਬਟ ਬ੍ਰਿਟਿਸ਼ਰਸ ਉੱਤੋਂ ਰਾਜ ਕਰਨਗੇ। ਇੰਡੀਅਨ ਸੋਵਰਨ ਨਹੀਂ ਹੋਣੇਗੀ, ਮਤਲਬ ਖੁਦ ਇੰਡੀਪੈਂਡੈਂਟ ਨਹੀਂ ਹੋਣਗੀ ਪੂਰੇ ਤਰੀਕੇ ਦੇ। ਪਾਰਟੀਜ਼ ਇੰਡੀਅਨ ਦੀ ਹੋਣਗੀਆਂ, ਹੈਨਾ, ਇੰਡੀਅਨ ਸਾਰੇ ਕੁਝ ਕਰਨਗੇ, ਬਟ ਪਰ ਉਹਨਾਂ ਦੇ ਹੱਥ ਕਿਹਦਾ ਰਹੂਗਾ? ਬ੍ਰਿਟਿਸ਼ਰਸ ਦਾ। ਆ ਡੋਮੀਨੀਅਨ ਸਟੇਟਸ ਹੁੰਦਾ। ਬਟ ਇੰਡੀਅਨ ਨੈਸ਼ਨਲ ਕਾਂਗਰਸ ਕਿਹਦੀ ਡਿਮਾਂਡ ਕਰ ਰਹੀ ਸੀ? ਪੂਰਨ ਸਵਰਾਜ ਦੀ। ਉਹਨਾਂ ਨੇ ਡੋਮੀਨੀਅਨ ਸਟੇਟਸ ਨੂੰ ਤਾਂ ਕੁਝ ਨਹੀਂ ਸਮਝਦੇ ਸੀ, ਉਹ ਕਹਿੰਦੇ ਸੀ ਸਾਨੂੰ ਪੂਰਨ ਸਵਰਾਜ ਦਿਓ। ਹੁਣ ਇੰਡੀਅਨ ਨੈਸ਼ਨਲ ਕਾਂਗਰਸ ਡਿਡ ਨਾਟ ਪਾਰਟਿਸਿਪੇਟ ਇਨ ਦ ਫਰਸਟ ਰਾਊਂਡ ਟੇਬਲ ਕਾਨਫਰੰਸ ਜਿਹੜੀ ਹੋਈ ਸੀ ਆਪਣੇ ਜੇਮਸ ਪੈਲੇਸ ਲੰਡਨ ਦੇ ਵਿੱਚ। ਬਟ ਸਾਰੀ ਪਾਰਟੀਆਂ ਨਹੀਂ ਆਈ। ਠੀਕ ਹੈ, ਇੰਡੀਅਨ ਨੈਸ਼ਨਲ ਕਾਂਗਰਸ ਨਹੀਂ ਆਈ ਕਿਉਂਕਿ ਸਿਵਲ ਡਿਸਓਬੀਡੀਐਂਟ ਮੂਵਮੈਂਟ ਚੱਲ ਰਹੀ ਸੀ। ਸਿਵਲ ਡਿਸਓਬੀਡੀਐਂਟ ਮੂਵਮੈਂਟ ਕਿਹਨੇ ਚਲਾਈ ਸੀ? ਗਾਂਧੀ ਨੇ ਚਲਾਈ ਸੀ। ਗਾਂਧੀ ਨੇ ਕਿਉਂ ਚਲਾਈ ਸੀ? ਕਿਉਂਕਿ ਗਾਂਧੀ ਦੀ 11 ਨੇਸ਼ਨ ਥਿਊਰੀ, ਗਾਂਧੀ ਨੇ 11 ਪੁਆਇੰਟ ਰੱਖੇ ਸੀ ਨਾ, ਜਿਸ 'ਚ ਕਾਫੀ ਡਿੰਬਾਂ ਆਉਂਦੀ ਸੀ ਕਿ ਸੈਲਰੀ ਘਟਾਈ ਜਾਵੇ ਸੋਲਜਰਸ ਦੀ, ਹਨਾ, ਇਦਾਂ
ਕਰਕੇ 11 ਡਿਮਾਂਡਸ ਰੱਖੀ ਸੀ ਗਾਂਧੀ ਨੇ। ਹੁਣ ਮੁੱਦਾ ਕੀ ਹੋ ਗਿਆ, ਬ੍ਰਿਟੇਨ ਦੇ ਕਿੰਗ ਨੇ ਕਿਹਾ ਆਪਣੇ ਵਾਇਸਰੋਏ ਨੂੰ ਇੰਡੀਆ ਦੇ ਕਿ ਨਾ ਇੰਡੀਅਨ ਨੈਸ਼ਨਲ ਕਾਂਗਰਸ ਨੂੰ ਮਨਾਓ ਤੇ ਸੈਕੰਡ ਰਾਉਂਡ ਟੇਬਲ ਕਾਨਫਰੰਸ ਜਿਹੜੀ ਕਿ 1931 ਚ ਹੋਣੀ ਆ ਉਸ ਚ ਲੈ ਕੇ ਆਓ। ਇੰਡੀਅਨ ਨੈਸ਼ਨਲ ਕਾਂਗਰਸ ਨੂੰ ਠੀਕ ਕਰਨ ਲਈ ਗਾਂਧੀ ਨੂੰ ਮਨਾਉਣਾ ਪੈਣਾ। ਇਹ 26 ਜਨਵਰੀ 1931 ਨੂੰ ਪੁਣੇ ਦੀ ਜੇਲ੍ਹ ਤੋਂ ਰਿਹਾ ਕੀਤਾ ਜਾਂਦਾ ਗਾਂਧੀ ਨੂੰ। ਹੁਣ ਲਾਰਡ ਇਰਵਿਨ ਕੀ ਕਰੂਗਾ, ਗਾਂਧੀ ਕੋਲ ਆਊਗਾ ਕਿਉਂਕਿ ਇਰਵਿਨ ਨੇ ਇਹਨਾਂ ਨਾਲ ਗੱਲਬਾਤ ਕਰਨੀ ਸੀ। ਗਾਂਧੀ ਇਰਵਿਨ ਪੈਕਟ ਵੀ ਸਾਈਨ ਹੁੰਦਾ, ਠੀਕ ਹੈ। ਵਾਇਸਰੋਏ ਨੂੰ ਵੀ ਆਪਣੀ ਨੌਕਰੀ ਦਾ ਖਤਰਾ ਸੀ, ਇਹਨੂੰ ਵੀ ਬਾਹਰ ਕੱਢ ਦੇਣਾ ਸੀ ਉਹਨਾਂ ਨੇ। ਹੁਣ ਇਰਵਿਨ ਆਂਦਾ ਗਾਂਧੀ ਕੋਲ ਸਮਝੌਤਾ ਕਰਨ, ਹਨਾ, ਕਿਉਂਕਿ ਸੈਕੰਡ ਰਾਉਂਡ ਟੇਬਲ ਕਾਨਫਰੰਸ ਚ ਜਿਹੜੀ ਕਿ 1931 ਚ ਹੋਣੀ ਆ, ਇੰਡੀਅਨ ਨੈਸ਼ਨਲ ਕਾਂਗਰਸ ਸਭ ਤੋਂ ਵੱਡੀ ਪਾਰਟੀ ਉਸ ਟਾਈਮ ਦੀ ਇੰਡੀਆ ਦੀ, ਨੂੰ ਜਾਣਾ ਜ਼ਰੂਰੀ ਹੈ। ਹੁਣ ਕੀ ਹੁੰਦਾ ਕਿ ਗਾਂਧੀ ਇਰਵਿਨ ਪੈਕਟ 15 ਦਿਨਾਂ ਦੇ ਵਿੱਚ 8 ਵਾਰੀ ਮੀਟਿੰਗ ਹੁੰਦੀ ਹੈ ਇਹਦੀ। 26 ਜਨਵਰੀ ਨੂੰ ਰਿਹਾ ਹੋਇਆ ਗਾਂਧੀ ਜੇਲ੍ਹ ਤੋਂ ਪੁਣੇ ਦੀ, 15 ਦਿਨਾਂ ਦੇ ਵਿੱਚ 8 ਵਾਰੀ ਨਾ ਮੀਟਿੰਗ ਹੋ ਜਾਂਦੀ ਹੈ ਇਹਨਾਂ ਦੀ। ਦਿੱਲੀ 'ਚ ਮੀਟਿੰਗ ਕਿਹਨਾਂ ਸਮਝੌਤਾ ਹੁੰਦਾ, ਗਾਂਧੀ ਇਰਵਿਨ ਪੈਕਟ 5 ਮਾਰਚ 1931। 26 ਜਨਵਰੀ ਨੂੰ ਮੈਂ ਤੁਹਾਨੂੰ ਦੱਸਿਆ ਕਿ ਗਾਂਧੀ ਨੂੰ ਜੇਲ੍ਹ ਤੋਂ ਰਿਹਾ ਕਰ ਦਿੱਤਾ ਜਾਂਦਾ 1931 ਚ। 15 ਦਿਨਾਂ ਦੇ ਵਿੱਚ 8 ਵਾਰੀ ਇਹਨਾਂ ਦੀ ਮੀਟਿੰਗ ਹੋ ਜਾਂਦੀ ਆ, ਠੀਕ ਹੈ। ਦਿੱਲੀ ਵਿੱਚ ਮੀਟਿੰਗ ਹੁੰਦੀ ਆ, ਕਿਹਦੇ ਐਫਰਟਸ ਦੁਆਰਾ ਹੁੰਦੀ ਆ। ਇਹਦੇ 'ਚ ਇੱਕ ਪੁਆਇੰਟ ਐਡ ਕਰ ਦਿੰਦਾ ਕਿ ਐਫਰਟਸ ਕਿਹਨੇ ਦਿੱਤੇ ਸੀ ਨਾ ਇਸ ਮੀਟਿੰਗ ਨੂੰ ਵੀ। ਮੀਟਿੰਗ ਹੋਵੇ ਤੇਜ ਬਹਾਦਰ ਸ਼ਾਸਤਰੀ ਜਿਹੜੇ ਕੀ ਸੀ SRTC ਪਾਰਟੀ ਦੇ, ਦੂਜਾ ਬੰਦਾ ਸੀ ਆਪਣਾ MJ। ਇਹਨਾਂ ਦੋਨਾਂ ਬੰਦਾ ਦੇ ਐਫਰਟਸ ਨਾਲ ਗਾਂਧੀ ਇਰਵਿਨ ਪੈਕਟ ਸਾਈਨ ਹੁੰਦਾ। ਪ੍ਰਚਾਰ ਕੁਐਸਚਨ ਆ ਜਾਂਦਾ ਹੈ ਕਿ ਕਿਹਨਾਂ ਦੇ ਐਫਰਟਸ ਕਾਰਨ ਹੋ ਜਾਂਦਾ। ਤੇਜ ਬਹਾਦਰ ਸ਼ਾਸਤਰੀ MJ ਕਰਦੇ ਹਨਾ ਐਫਰਟਸ ਰਾਹੀਂ। ਕੀ ਹੁੰਦਾ, ਗਾਂਧੀ ਇਰਵਿਨ ਪੈਕਟ ਨੂੰ ਹੋਰ ਕੀ ਕਹਿੰਦੇ ਆ ਅਸੀਂ, ਆਲਸੋ ਨੋਨ ਐਸ ਦਿੱਲੀ ਐਗਰੀਮੈਂਟ ਕੀ ਕਹਿੰਦੇ ਆ, ਦਿੱਲੀ ਐਗਰੀਮੈਂਟ ਵੀ ਕਹਿੰਦੇ ਆ ਅਸੀਂ, ਠੀਕ ਹੈ। GI ਲਿਖਦਾ ਮੈਂ ਨਾ ਉਰੇ, GI ਗਾਂਧੀ ਇਰਵਿਨ ਪੈਕਟ, ਜਿਹੜਾ ਕੀ ਹੋਇਆ ਸੀ 5 ਮਾਰਚ 1931। ਗਾਂਧੀ ਕਹਿੰਦਾ ਕਿ ਨਾ, ਗਾਂਧੀ ਨਾ ਕਾਫੀ ਡਿਮਾਂਡਸ ਰੱਖਦਾ ਕਿ ਸੋਲਜਰ ਦੀ ਸੈਲਰੀ ਵਗੈਰਾ ਘਟਾਈ ਜਾਵੇ, ਵੈਪਨਸ ਤੇ ਖਰਚਾ ਘੱਟ ਕੀਤਾ ਜਾਵੇ। ਇਰਵਿਨ ਨੂੰ ਹੁਣ ਸਾਰਾ ਕੁਝ ਡਨ ਕਰਨਾ ਪੈਂਦਾ। ਇਰਵਿਨ ਕਹਿੰਦਾ ਆ ਵੀ ਡਨ ਆ ਜੀ, ਆ ਵੀ ਡਨ ਆ ਜੀ। ਇਰਵਿਨ ਨਾ ਇੱਕ ਸ਼ਰਤ ਰੱਖਦਾ ਕਿ ਤੁਸੀਂ CDM ਸਿਵਲ ਡਿਸਓਬੀਡੀਐਂਟ ਮੂਵਮੈਂਟ ਹਟਾ ਦਿਓ, ਬੰਦ ਕਰ ਦਿਓ। ਸਿਵਲ ਡਿਸਓਬੀਡੀਐਂਟ ਮੂਵਮੈਂਟ ਬੰਦ ਹੋ ਜਾਂਦੀ ਆ। ਇੰਡੀਅਨ ਨੈਸ਼ਨਲ ਕਾਂਗਰਸ ਤੇ ਗਾਂਧੀ ਦੀ ਹੋਰ ਵੀ ਡਿਮਾਂਡ ਹੁੰਦੀ ਹੈ, ਜਿੱਦਾਂ ਕਿ ਪੋਲੀਟੀਕਲ ਪ੍ਰਿਜ਼ਨਰ ਆ ਜਿੰਨੇ ਵੀ, ਜਿਨ੍ਹਾਂ ਨੇ ਕੋਈ ਹੱਤਿਆ ਨਹੀਂ ਕੀਤੀ, ਉਹਨਾਂ ਨੂੰ ਰਿਹਾ ਕੀਤਾ ਜਾਵੇ। ਇਰਵਿਨ ਕਹਿੰਦਾ ਡਨ ਹੈ ਜੀ, ਕਿਉਂਕਿ ਇਰਵਿਨ ਤੇ ਵੀ ਗੇ ਡੰਡਾ ਸੀ, ਪ੍ਰੈਸ਼ਰ ਸੀ। ਇੰਡੀਅਨ ਨੈਸ਼ਨਲ ਕਾਂਗਰਸ ਨੂੰ ਮਨਾਓ ਜਿੱਦਾਂ ਵੀ ਹੋ ਸਕੇ, ਸੈਕੰਡ ਰਾਉਂਡ ਟੇਬਲ ਕਾਨਫਰੰਸ 'ਚ ਬੈਠਣ। ਇੰਡੀਅਨ ਨੈਸ਼ਨਲ ਕਾਂਗਰਸ ਨੂੰ ਮਨਾਉਣ ਲਈ ਗਾਂਧੀ ਨੂੰ ਮਨਾਉਣਾ ਜ਼ਰੂਰੀ ਸੀ, ਇਸ ਕਰਕੇ ਸਾਰੀ ਡਿਮਾਂਡਾਂ ਮੰਨ ਰਹੇ ਸੀ। ਗਾਂਧੀ ਨੇ ਨਾ ਸੁਖਦੇਵ ਰਾਜਗੁਰੂ ਤੇ ਭਗਤ ਸਿੰਘ ਦੀ ਫਾਂਸੀ ਦੀ ਸਜ਼ਾ ਨੂੰ ਰਿਹਾ ਕਰਨ ਲਈ ਵੀ ਗੱਲ ਕੀਤੀ ਸੀ। ਤੇ ਆਪਣਾ ਇਹਨਾਂ ਗਾਂਧੀ ਨੇ ਆਪਣਾ ਵਕੀਲ ਵੀ ਭੇਜਿਆ ਸੀ ਵੀ ਜਿਹੜਾ ਇਹਨਾਂ ਤੇ ਜਾ ਕੇ ਨਾ ਗੱਲਬਾਤ ਕਰ ਸਕੇ। ਭਗਤ ਸਿੰਘ ਨੇ ਮਨਾ ਕਰਤਾ ਸੀ ਵੀ ਨਹੀਂ, ਜੇ ਇੱਕ ਕਰਤਾਰ ਸਿੰਘ ਸਰਾਭੇ ਦੀ ਮੌਤ ਇੱਕ ਭਗਤ ਸਿੰਘ ਨੂੰ ਖੜਾ ਕਰ ਸਕਦੀ ਆ ਤੇ ਇੱਕ ਭਗਤ ਸਿੰਘ ਦੀ ਮੌਤ ਵੀ ਸਾਰਾ ਭਗਤ ਸਿੰਘਾਂ ਨੂੰ ਖੜਾ ਕਰ ਸਕਦੀ ਹੈ, ਏਦਾਂ ਮੰਨਣਾ ਸੀ। ਭਗਤ ਸਿੰਘ 'ਚ ਡਰ ਨਹੀਂ ਸੀ ਮ੍ਰਿਤੂ ਦਾ, ਮੌਤ ਨੂੰ ਲੈ ਕੇ। ਇਰਵਿਨ ਨੇ ਆਹ ਗੱਲ ਤੇ ਮਨਾ ਕਰਤਾ ਸੀ, ਮੈਂ ਇਹਨਾਂ ਦੀ ਮੌਤ ਨਹੀਂ ਰੋਕ ਸਕਦਾ ਕਿਉਂਕਿ ਇਹਨਾਂ ਤੇ ਸੜਕਸਿਵ ਚਾਰजेस ਨੇ, ਮਰਡਰ ਦੇ ਚਾਰजेस ਨੇ ਨਾ, ਮੈਂ ਹਟਾ ਨਹੀਂ ਸਕਦਾ। ਤੇ ਇਹਨੇ ਆਹ ਮੰਨ ਲਿਆ ਸੀ ਕਿ ਚਲੋ ਜਿਹੜੇ ਕਿ ਪੋਲੀਟੀਕਲ ਪ੍ਰਿਜ਼ਨਰ ਨੇ, ਜਿਨ੍ਹਾਂ ਨੇ ਮਰਡਰ ਨਹੀਂ ਕੀਤਾ, ਨੌਨ ਵਾਇਲੈਂਸ ਨਾਲ ਸਿਵਲ ਡਿਸਓਬੀਡੀਐਂਟ ਮੂਵਮੈਂਟ 'ਚ ਪਾਰਟਿਸਿਪੇਟ ਕੀਤਾ, ਉਹਨਾਂ ਨੂੰ ਅਸੀਂ ਰਿਹਾ ਕਰ ਦਾਂਗੇ। ਹੋਰ ਵੀ ਕਾਫੀ ਸੀ, ਜਿੱਦਾਂ ਸੋਲ ਟੈਕਸ ਲੜੇ ਮੰਨ ਗਿਆ ਇਰਵਿਨ ਕਿ ਹਾਂ ਜੀ ਆ ਵੀ ਕਰ ਦਾਂਗੇ ਅਸੀਂ, ਸ਼ਰਾਬ ਦੀ ਵਿਕਰੀ ਤੇ ਪ੍ਰੋਟੈਸਟ ਕਰ ਸਕਦੇ ਹਾਂ ਹਨਾ। ਆਹ ਚੀਜ਼ਾਂ ਕਾਫੀ 11 ਡਿਮਾਂਡਸ ਇਦਾਂ ਕਰਕੇ ਇੰਪੋਰਟੈਂਟ ਨਹੀਂ ਹੈ, ਗਾਂਧੀ ਨੇ ਰੱਖੀ ਸੀ, ਇਰਵਿਨ ਨੇ ਮੰਨ ਲਈ ਸੀ। ਇਰਵਿਨ ਬਟ ਏਦਾਂ ਕਹਿੰਦਾ ਸੀ ਸਿਵਲ ਡਿਸਓਬੀਡੀਐਂਟ ਮੂਵਮੈਂਟ ਬੈਨ ਕਰ ਦੋ। ਇਰਵਿਨ ਨੇ ਕਿਹਾ ਦੂਜੀ ਗੱਲ ਕਿ ਸੈਕੰਡ ਰਾਉਂਡ ਟੇਬਲ ਕਾਨਫਰੰਸ ਹੋਗੀ ਨਾ ਜਿਹੜੀ, ਉਸ 'ਚ ਤੁਸੀਂ ਜਾ ਕੇ ਪਾਰਟਿਸਿਪੇਟ ਕਰੋ। ਫਿਰ ਉਸ ਤੋਂ ਬਾਅਦ ਕੀ ਹੋਇਆ, ਇੰਡੀਅਨ ਨੈਸ਼ਨਲ ਕਾਂਗਰਸ ਦੇ ਨਾ ਸੈਸ਼ਨ ਲੱਗਦੇ ਹੁੰਦੇ ਸੀ। ਇੰਡੀਅਨ ਨੈਸ਼ਨਲ ਕਾਂਗਰਸ ਦਾ ਇੱਕ ਸੈਸ਼ਨ ਲੱਗਿਆ ਸੀ ਕਰਾਚੀ 'ਚ। ਜਿੱਦਾਂ ਕਿ ਤੁਹਾਨੂੰ ਪਤਾ ਇੰਡੀਅਨ ਨੈਸ਼ਨਲ ਕਾਂਗਰਸ ਦੇ ਨਾ ਸੈਸ਼ਨ ਲੱਗਦੇ ਸੀ ਦਸੰਬਰ 'ਚ। ਕਰਾਚੀ 'ਚ ਕਿਹੜੀ ਡੇਟ ਨੂੰ ਲੱਗਿਆ, 20 ਮਾਰਚ ਤੋਂ ਲੈ ਕੇ 29 ਮਾਰਚ। ਆ ਕਿਉਂ ਲੱਗਿਆ, ਕਿਉਂਕਿ 23 ਮਾਰਚ ਨੂੰ ਕੀ ਹੋਇਆ ਸੀ, ਭਗਤ ਸਿੰਘ ਦੇਵ ਰਾਜਗੁਰੂ ਨੂੰ ਫਾਂਸੀ ਦੇ ਦਿੱਤੀ ਸੀ। ਇੰਡੀਅਨ ਨੈਸ਼ਨਲ ਕਾਂਗਰਸ ਕਰਾਚੀ ਪੰਜਾਬ ਵਿੱਚ ਹੋਇਆ। ਗਾਂਧੀ ਨਾ ਟ੍ਰੇਨ 'ਚੋਂ ਜਾ ਰਿਹਾ ਸੀ, ਕਾਫੀ ਲੋਕਾਂ ਨੇ ਪ੍ਰੋਟੈਸਟ ਕੀਤਾ। ਸਾਰੇ ਲੋਕ ਕਹਿ ਰਹੇ ਸੀ ਵੀ ਯਾਰ ਨਾ ਵੀ ਗਾਂਧੀ ਹਟਾ ਸਕਦਾ ਸੀ ਦੇਵ ਰਾਜਗੁਰੂ ਤੇ ਭਗਤ ਸਿੰਘ ਦੀ ਮੌਤ ਨੂੰ, ਪੱਟੇ ਨੇ ਹਟਾਇਆ ਨਹੀਂ ਕਿ ਟੀਚਰਸ ਝੁਕੇ ਹੋਏ ਸੀ, ਜਿਹਦੇ ਨੇ ਵੀ ਝੁਕਿਆ ਹੋਇਆ ਸੀ। ਗਾਂਧੀ ਕੋਲ ਹਿਸਟਰੀ ਆ ਬਾਇਸਡ ਹੁੰਦੀ ਆ, ਪਤਾ ਨਹੀਂ ਕਿ ਝੂਠ ਕੀ ਸੱਚ ਉਹ ਤਾਂ ਰੱਬ ਜਾਣਦਾ। ਬਟ ਉਸ ਟਾਈਮ ਤੇ ਜੋ ਵੀ ਪੋਲੀਟੀਕਲ ਹਾਲਾਤ ਸੀ ਉਹ ਇਦਾਂ ਹੀ ਸੀ। ਗਾਂਧੀ ਨੇ ਇੱਕ ਵਾਰੀ ਕੋਸ਼ਿਸ਼ ਕੀਤੀ ਸੀ ਨਾ, ਇਰਵਿਨ ਨੂੰ ਕਿਹਾ ਸੀ, ਬਟ ਉਹਨੇ ਕਿਹਾ ਵੀ ਨਹੀਂ, ਇਹਨਾਂ ਦੇ ਸੜਕਸਿਵ ਚਾਰजेस ਨੇ, ਮਰਡਰ ਦੇ ਚਾਰजेस ਨੇ, ਇਹਨਾਂ ਨੂੰ ਫਾਂਸੀ ਨਹੀਂ ਰੋਕ ਸਕਦਾ ਮੈਂ। ਇਹ ਕਹਿ ਰਿਹਾ ਸੀ ਚਲੋ ਉਮਰ ਕੈਦ ਦੇ ਦਿਓ ਕੋਈ ਨਹੀਂ, ਬਟ ਫਾਂਸੀ ਰੋਕ ਦਿਓ। ਉਸ ਤੋਂ ਬਾਅਦ ਕੀ ਹੋਇਆ, ਇੰਡੀਅਨ ਨੈਸ਼ਨਲ ਕਾਂਗਰਸ ਨੇ ਇੱਕ ਨਾ ਰੈਜ਼ੋਲੂਸ਼ਨ ਪਾਸ ਕੀਤਾ, ਫੰਡਾਮੈਂਟਲ ਰਾਈਟ ਐਗਰੀਮੈਂਟ। ਪਰ ਜੇ ਨਾ ਕਦੇ ਕੁਐਸਚਨ ਆ ਜਾਂਦਾ ਕਿ ਫੰਡਾਮੈਂਟਲ ਰਾਈਟ ਐਗਰੀਮੈਂਟ ਕਿਹੜੇ ਇੰਡੀਅਨ ਨੈਸ਼ਨਲ ਕਾਂਗਰਸ ਸੈਸ਼ਨ ਨਾਲ, ਇੰਡੀਅਨ ਨੈਸ਼ਨਲ ਕਾਂਗਰਸ ਕਰਾਚੀ ਸੈਸ਼ਨ ਨਾਲ ਲਾਗੂ ਹੋਇਆ। ਇਹਨਾਂ ਦੇ ਪ੍ਰੈਜ਼ੀਡੈਂਟ ਆ ਸਕਦੇ ਨਾ, ਪ੍ਰੈਜ਼ੀਡੈਂਟ ਕੌਣ ਸੀ, ਪ੍ਰੈਜ਼ੀਡੈਂਟ ਇਸ ਸੈਸ਼ਨ ਦੇ ਸੀ ਸਰਦਾਰ ਵੱਲਭ ਭਾਈ ਪਟੇਲ, ਜੋ ਕਿ ਅੱਗੇ ਜਾ ਕੇ ਫੰਡਾਮੈਂਟਲ ਰਾਈਟ ਕਮੇਟੀ ਦੇ ਚੇਅਰਮੈਨ ਵੀ ਬਣੇ, ਠੀਕ ਹੈ ਨਾ। ਨੋਟ ਕਰਕੇ ਲਿਖ ਲਓ ਤੁਸੀਂ ਕਿ ਸਰਦਾਰ ਵੱਲਭ ਭਾਈ ਪਟੇਲ, SVP ਸਰਦਾਰ ਵੱਲਭ ਭਾਈ ਪਟੇਲ ਅੱਗੇ ਜਾ ਕੇ ਚੇਅਰਮੈਨ ਵੀ ਬਣਦੇ ਨੇ ਫੰਡਾਮੈਂਟਲ ਰਾਈਟ ਕਮੇਟੀ ਦੇ, ਠੀਕ। ਹੋਮ ਮਿਨਿਸਟਰ ਵੀ ਬਣੇ ਸਭ ਤੋਂ ਪਹਿਲਾਂ। ਅਸੀਂ ਚੱਲਦੇ ਹਾਂ ਅੱਗੇ। ਇੱਕ ਚੀਜ਼ ਨਾ ਹੋਰ ਇੰਡੀਅਨ ਨੈਸ਼ਨਲ ਕਾਂਗਰਸ ਕਰਾਚੀ ਦੇ ਸੈਸ਼ਨ 'ਚ ਹੋਈ ਸੀ, ਨੈਸ਼ਨਲ ਇਕਨੋਮਿਕ ਪ੍ਰੋਗਰਾਮ ਫਾਰਮੂਲੇਟ ਹੋਇਆ ਸੀ ਇੰਡੀਅਨ ਨੈਸ਼ਨਲ ਕਾਂਗਰਸ ਕਰਾਚੀ ਦੇ ਸੈਸ਼ਨ ਵਿੱਚ। ਸਾਰੀਆਂ ਗੱਲਾਂ ਹੋਈ ਸੀ। ਇਸ 'ਚ ਨਾ ਗਾਂਧੀ ਦਾ ਮਤਲਬ ਕਾਫੀ ਪ੍ਰੋਟੈਸਟ ਕਰ ਰਹੇ ਸੀ ਲੋਕ,
ਲੋਕ ਗਾਂਧੀ ਨੇ ਨਾ ਇੱਕ ਸਟੇਟਮੈਂਟ ਕਹੀ ਸੀ ਕਿ ਨਾ ਗਾਂਧੀ ਵੀ ਕੈਨ ਡਾਈ ਬਟ ਗਾਂਧੀਜ਼ਮ ਕਦੀ ਨਹੀਂ ਮਰੂਗਾ, ਠੀਕ ਹੈ ਨਾ। ਆਹ ਗੱਲ ਗਾਂਧੀ ਨੇ ਕਰਾਚੀ 'ਚ ਕਹੀ ਸੀ, ਕਾਫੀ ਭਾਵੁਕ ਹੋ ਗਿਆ ਸੀ। ਅੱਗੇ ਚੱਲਦੇ ਹਾਂ ਕਿ ਸੈਕਿੰਡ ਰਾਊਂਡ ਟੇਬਲ ਕਾਨਫਰੰਸ 'ਚ ਕੀ ਹੋਇਆ। ਹੁਣ ਆਈ ਸੈਕਿੰਡ ਰਾਊਂਡ ਟੇਬਲ ਕਾਨਫਰੰਸ। ਸੈਕਿੰਡ ਰਾਊਂਡ ਟੇਬਲ ਕਾਨਫਰੰਸ 'ਚ ਕੀ ਹੋਇਆ, ਜਿਹੜੀ ਕਿ ਚੱਲੀ ਸੀ ਸੈਪਟੈਂਬਰ 1931 ਤੋਂ ਲੈ ਕੇ ਦਸੰਬਰ 1931 ਤੱਕ। ਤਾਂ ਯਾਦ ਕਰਨ ਦੀ ਲੋੜ ਨਹੀਂ ਹੈ, ਕੋਈ PhD ਨਹੀਂ ਕਰਨੀ, ਬਸ 1931 'ਚ। ਬਾਕੀ ਜੇ ਡੇਟ ਕਰਨੀ ਵੀ ਹੈ ਤਾਂ 7 ਤਰੀਕ ਨੂੰ ਆ ਹੈ ਤੇ 5 ਦਸੰਬਰ 1931 ਨੂੰ ਸੈਕਿੰਡ ਰਾਊਂਡ ਟੇਬਲ ਕਾਨਫਰੰਸ ਹੋਈ ਸੀ। ਇਸ 'ਚ ਕੀ ਕੀਤਾ ਸੀ, ਇਸ 'ਚ ਨਾ ਇੰਡੀਅਨ ਨੈਸ਼ਨਲ ਕਾਂਗਰਸ ਨੇ ਪਾਰਟਿਸਿਪੇਟ ਕੀਤਾ ਸੀ, ਜਿਸ 'ਚੋਂ ਗਾਂਧੀ ਗਏ ਸੀ, ਠੀਕ, ਪ੍ਰੈਜ਼ੈਂਟ ਕਰਨ ਆਪਣੇ ਇੰਡੀਅਨ ਨੈਸ਼ਨਲ ਕਾਂਗਰਸ ਨੂੰ। ਕਈ ਵਾਰ ਨਾ ਪੇਪਰ 'ਚ ਆ ਜਾਂਦਾ ਗਾਂਧੀ ਦੇ ਉੱਤੇ ਨਾ ਕਿ ਕਿਹੜੇ ਜਹਾਜ਼ 'ਚ ਗਏ ਸੀ, ਐਸ ਰਾਜਪੂਤਾਨਾ ਜਹਾਜ਼ 'ਚ ਗਏ ਸੀ। ਆਹ ਦੀਆਂ ਗੱਲਾਂ ਨੂੰ ਯਾਦ ਕਰਨ ਦੀ ਲੋੜ ਨਹੀਂ। ਇੰਡੀਅਨ ਨੈਸ਼ਨਲ ਕਾਂਗਰਸ ਨੂੰ ਗਾਂਧੀ ਨੇ ਰਿਪਰੈਜ਼ੈਂਟ ਕੀਤਾ ਤੇ ਇੰਡੀਅਨ ਨੈਸ਼ਨਲ ਕਾਂਗਰਸ ਨੇ ਸੈਕਿੰਡ ਰਾਊਂਡ ਟੇਬਲ ਕਾਨਫਰੰਸ 'ਚ ਪਾਰਟਿਸਿਪੇਟ ਕੀਤਾ। ਵੂਮੈਨ ਦੀ ਰਿਪਰੈਜ਼ੈਂਟੇਟਿਵ ਰੋਜਨੀ ਨਾਇਡੂ ਨੇ ਵੀ ਪਾਰਟਿਸਿਪੇਟ ਕੀਤਾ। ਲੀਗ ਪ੍ਰੈਸਡ ਕਲਾਸਿਸ ਤੋਂ ਆਰ ਅੰਬੇਦਕਰ ਨੇ ਪਾਰਟਿਸਿਪੇਟ ਕੀਤਾ, ਹੈ ਨਾ। ਇਸ ਤਾਂ ਮਤਲਬ ਕਿ ਬੈਠ ਕੇ ਰਾਊਂਡ ਟੇਬਲ ਕਾਨਫਰੰਸ 'ਚ ਗੱਲਾਂ ਚੱਲ ਰਹੀਆਂ ਸੀ ਤਾਂ ਨਾ ਡਿਪਰੈਸਡ ਕਲਾਸਿਸ 'ਚ ਆਰ ਅੰਬੇਦਕਰ ਨੇ ਕਿਹਾ ਕਿ ਨਾ ਸਾਨੂੰ ਇੱਕ ਸੈਪਰੇਟ ਇਲੈਕਟੋਰਲ ਦਿੱਤਾ ਜਾਵੇ ਇੱਕ ਸੈਪਰੇਟ ਇਲੈਕਟੋਰਲ ਕਿ ਨਾ SC/ST ਆਪਣੇ ਪੱਧਰ ਤੋਂ ਉੱਠ ਸਕਣ। ਆਰ ਅੰਬੇਦਕਰ ਨੇ ਮੰਗ ਕੀਤੀ, ਬਟ ਨਾ ਇੰਡੀਅਨ ਨੈਸ਼ਨਲ ਕਾਂਗਰਸ ਨੇ, ਗਾਂਧੀ ਨੇ ਇਹਦਾ ਟੋਟਲੀ ਬਾਇਕਾਟ ਕੀਤਾ, ਕਿਉਂਕਿ ਗਾਂਧੀ ਨਹੀਂ ਚਾਹੁੰਦਾ ਸੀ ਕਿ ਨਾ ਹੁਣ ਦੇਖੋ ਤੁਸੀਂ 1909 ਚ ਮੁਸਲਮਾਨਾਂ ਦੇ ਅਲੱਗ ਇਲੈਕਸ਼ਨ ਹੋ ਰਹੇ ਨੇ। 1919 ਦਾ ਜਿਹੜਾ ਰਿਫਾਰਮ ਆਇਆ ਮੌਂਟੈਗਿਊ ਚਾਮਸਫੋਰਡ, ਉਸ ਚ ਨਾ ਸਿੱਖ, ਐਂਗਲੋ ਇੰਡੀਅਨ, ਇਹਨਾਂ ਦੇ ਅਲੱਗ-ਅਲੱਗ ਉਹ ਹੋ ਰਹੇ ਨੇ। ਹੁਣ ਗਾਂਧੀ ਨਹੀਂ ਚਾਹੁੰਦਾ ਸੀ ਕਿ ਨਾ ਇੱਕ ਹਿੰਦੂ, ਕਿ ਆਹ ਡਿਪਰੈਸਡ ਕਲਾਸਿਸ ਹਿੰਦੂ ਦੇ ਦਲਿਤ ਆਉਂਦੇ ਸੀ ਨਾ, ਹਿੰਦੂ ਧਰਮ 'ਚ ਹੀ ਆਉਂਦੇ ਸੀ, ਕਿ ਨਾ ਹਿੰਦੂ ਦਾ ਵੀ ਅੱਗੇ ਬਟਵਾਰਾ ਹੋ ਜਾਵੇ। ਇਸ ਚੀਜ਼ ਦੇ ਸਟਰੋਂਗ ਅਗੇਂਸਟ ਸੀ। ਇੰਡੀਅਨ ਨੈਸ਼ਨਲ ਕਾਂਗਰਸ ਨੇ ਇਹਦਾ ਬਾਈਕਾਟ ਕਰਤਾ। ਰਾਊਂਡ ਟੇਬਲ ਕਾਨਫਰੰਸ ਤਾਂ ਹੋ ਰਹੀਆਂ ਨੇ ਐਕਟ ਬਣਾਉਣ ਲਈ, ਜਿਹੜਾ ਕਿ 1935 ਦਾ ਐਕਟ ਆਊਗਾ, ਰਾਊਂਡ ਟੇਬਲ ਕਾਨਫਰੰਸ ਦੇ ਬੇਸਿਸ ਤੇ ਹੀ ਆਊਗਾ। ਬਟ ਕੀ ਹੋ ਰਿਹਾ ਇੱਥੇ, ਗਾਂਧੀ ਨੇ ਪੂਰਾ ਮਨਾ ਕਰਤਾ। ਗਾਂਧੀ ਨਾ ਉੱਥੋਂ ਵਾਪਸ ਆ ਗਿਆ। ਗਾਂਧੀ ਨੇ ਟੋਟਲੀ ਬਾਈਕਾਟ ਕੀਤਾ ਸੈਪਰੇਟ ਇਲੈਕਟੋਰਲ ਦਾ ਡਿਪਰੈਸਡ ਕਲਾਸਿਸ ਤੇ ਕਮਿਊਨਲ ਰਿਪਰੈਜ਼ੈਂਟੇਟਿਵ 'ਚ। ਸੈਪਟੈਂਬਰ 1931 ਤੋਂ ਦਸੰਬਰ 1931 ਤੱਕ ਨੋ ਟੈਕਸ ਨੋ ਰੈਵਨਿਊ ਸੀ ਇੰਡੀਅਨ ਨੈਸ਼ਨਲ ਕਾਂਗਰਸ ਦਾ। ਗਾਂਧੀ ਨੇ ਸਿਵਲ ਡਿਸਓਬੀਡੀਐਂਟ ਮੂਵਮੈਂਟ ਤਾਂ ਹਟਾਤੀ ਸੀ, ਫਸਟ ਫੇਸ ਸੀ ਉਹਦਾ। ਹੁਣ ਸਿਵਲ ਡਿਸਓਬੀਡੀਐਂਟ ਮੂਵਮੈਂਟ ਦਾ ਦੂਜਾ ਫੇਸ ਚਲਾਊਗਾ ਗਾਂਧੀ ਆ ਕੇ। ਕੀ ਇਹਨਾਂ ਦੀ ਗੱਲਾਂ ਨਹੀਂ ਮੰਨੀਆਂ ਗਿਆ ਤਾਂ ਸੈਕਿੰਡ ਆ ਕੇ ਨਾ ਸੈਕਿੰਡ ਸਿਵਲ ਡਿਸਓਬੀਡੀਐਂਟ ਮੂਵਮੈਂਟ ਚਲਾਊਗਾ ਗਾਂਧੀ ਆ ਕੇ। 4 ਜਨਵਰੀ 1932 ਨੂੰ ਗਾਂਧੀ ਨੂੰ ਕੀ ਕਰ ਦੇਣਗੇ, ਆਹ ਜੇਲ੍ਹ ਦੇ ਵਿੱਚ ਫੇਰ ਬਾੜ ਦੇਣਗੇ, ਹਨਾ। ਇਹਦੀ ਜੇਲ੍ਹ ਜਿਹੜਾ ਗਾਂਧੀ ਨੂੰ ਫੇਰ ਦੇਣਗੇ ਅਰੈਸਟ। ਤੋਂ ਬਾਅਦ ਕੀ ਹੋਇਆ ਨਾ, ਇੱਕ ਕਮਿਊਨਲ ਅਵਾਰਡ ਸਮਝ ਕਿੱਦਾਂ ਸਮਝ ਲਿਓ ਕਿ ਹਨਾ ਅਵਾਰਡ ਮਿਲਿਆ ਕੋਈ ਨਹੀਂ। ਕਮਿਊਨਲ ਅਵਾਰਡ ਤਾਂ ਬ੍ਰਿਟਿਸ਼ਰਸ ਨੇ ਭੇਜਿਆ। ਇਸ 'ਚ ਨਾ 71 ਸੀਟਸ ਦਿੱਤੀ ਗਈ, ਸੈਪਰੇਟ ਇਲੈਕਟੋਰਲ ਦਿੱਤਾ ਗਿਆ ਡਿਪਰੈਸਡ ਕਲਾਸਿਸ ਨੂੰ। ਇਹ ਸਾਈਮਨ ਕਮਿਸ਼ਨ ਦਾ ਆਇਆ ਸੀ ਨਾ, ਆਰ ਅੰਬੇਦਕਰ ਉਹਦੇ ਵਿੱਚ ਸੀ। 71 ਸੀਟ ਦਿੱਤੀ ਗਈ। ਟਾਈਮ ਤੇ ਬ੍ਰਿਟਿਸ਼ ਦੇ PM ਨੇ ਮੈਕਡੋਨਾਲਡ ਨੇ 16 ਅਗਸਤ 1932 ਵਿੱਚ ਆਇਆ ਸੈਪਰੇਟ ਇਲੈਕਟੋਰਲ ਦੇ ਰਿਹਾ ਸੀ ਡਿਪਰੈਸਡ ਕਲਾਸਿਸ ਨੂੰ ਨਾ। ਕਈ ਵਾਰ ਆ ਜਾਂਦਾ ਕਿ ਨਾ ਆਰਟੀਕਲ 332 ਸਭ ਤੋਂ ਇੰਪੋਰਟੈਂਟ ਆਰਟੀਕਲ ਦੱਸ ਸਕਦੇ ਆ ਚ ਕੀ ਆ, ਵਿਧਾਨ ਸਭਾ 'ਚ CST ਦੀ ਸੀਟਸ ਰਿਜ਼ਰਵ ਕੀਤੀ ਗਈਆਂ ਨੇ, ਠੀਕ ਹੈ। ਕੀ ਹੋਇਆ ਕਿ ਨਾ ਗਾਂਧੀ ਨੂੰ ਜਦੋਂ ਇਸ ਬਾਰੇ ਪਤਾ ਲੱਗਿਆ 16 ਹਨਾ ਆਹ ਜਿਹੜਾ ਆਇਆ ਕਮਿਊਨਲ ਅਵਾਰਡ ਆਇਆ 16 ਅਗਸਤ 1932 ਵਿੱਚ। ਕਮਿਊਨਲ ਅਵਾਰਡ ਅਗਸਤ 1932 ਵਿੱਚ ਬ੍ਰਿਟਿਸ਼ ਦੇ ਪ੍ਰਾਈਮ ਮਿਨਿਸਟਰ ਮੈਕਡੋਨਾਲਡ ਨੇ ਸੈਪਰੇਟ ਇਲੈਕਟੋਰਲ ਡਿਪਰੈਸਡ ਕਲਾਸਿਸ ਲਈ ਭੇਜਿਆ, ਰਿਜ਼ਰਵੇਸ਼ਨ ਲਈ ਭੇਜਿਆ। ਫਿਰ ਗਾਂਧੀ ਨੇ ਕੀ ਕਰ ਲਿਆ, ਪੁਣੇ ਦੀ ਜੇਲ੍ਹ ਵਿੱਚ 20 ਸਤੰਬਰ 1932 ਚ ਗਦਾ ਜੇਲ੍ਹ ਵਿੱਚ, ਇਹ ਪੁਣੇ 'ਚ ਸਿਚੁਏਟਡ ਸੀ, ਫਾਸਟ ਟਿਲ ਡੈਥ। ਪੂਰੇ ਦੇਸ਼ ਵਿੱਚ ਆਰ ਅੰਬੇਦਕਰ ਦਾ ਕਾਫੀ ਆਲੋਚਨਾ ਹੋਈ ਹੈ ਨਾ। ਫਿਰ ਤੁਹਾਡੇ ਕਰਕੇ ਵੀ ਐਵੇਂ ਨਾ ਗਾਂਧੀ ਮਰਨ ਦੀ ਕਗਾਰ ਤੇ ਹੈ ਵੀ ਤੁਸੀਂ ਜਾ ਕੇ ਸਮਝੌਤਾ ਕਰੋ। ਫਿਰ ਇਹਨਾਂ 'ਚ ਸਮਝੌਤਾ ਹੋਇਆ, ਗੱਲਬਾਤ ਕੀ ਹੋਈ, ਅੰਬੇਦਕਰ ਤੇ ਕਾਫੀ ਪ੍ਰੈਸ਼ਰ ਪੈ ਗਿਆ ਇੰਡੀਅਨ ਨੈਸ਼ਨਲ ਕਾਂਗਰਸ ਦਾ ਵੀ ਉਹ ਮਰ ਨਾ ਜਾਵੇ, ਹੈ ਨਾ। ਗਾਂਧੀ ਕੋਸ਼ਿਸ਼ ਕਰੋ, ਤੁਸੀਂ ਕੋਈ ਵਿੱਚ ਦਾ ਰਸਤਾ ਕੱਢੋ। ਫਿਰ ਕੀ ਹੋਇਆ, ਪੈਕਟ ਸਾਈਨ ਹੋਇਆ 1932 ਚ, 20 ਸੈਪਟੈਂਬਰ 1932। ਕਿਸ ਵਿੱਚ ਸਾਈਨ ਹੋਇਆ, ਬਿਟਵੀਨ ਆਰ ਅੰਬੇਦਕਰ ਐਂਡ ਗਾਂਧੀ, ਅੰਬੇਦਕਰ ਤੇ ਗਾਂਧੀ ਵਿੱਚ ਹੋਇਆ। ਹੁਣ ਆ ਨਾ ਕੀ ਕਿਹਾ ਉਹਨੇ, ਗਾਂਧੀ ਨੇ ਕਿਹਾ ਵੀ ਜਿਹੜੀ 71 ਸੀਟਸ ਦੇ ਰਹੇ ਨੇ ਤੁਹਾਨੂੰ ਕਮਿਊਨਲ ਅਵਾਰਡ ਵਿੱਚ, ਉਹਨੂੰ ਕਰਕੇ ਨਾ 1 ਕਰ ਦੇਵਾਂਗਾ, ਇਹਦੀ 40 ਹੋਣਗੀ ਰਿਜ਼ਰਵੇਸ਼ਨ ਦੇ ਦੇਵਾਂਗਾ ਵੀ ਸੈਪਰੇਟ ਇਲੈਕਟੋਰਲ ਨਾ ਕਰਾਓ। ਸਮਝੋ ਕੀ ਹੁੰਦਾ ਸੈਪਰੇਟ ਇਲੈਕਟੋਰਲ 'ਚ ਕੀ ਸੀ ਵੀ ਨਾ ਵੀ ਬੰਦਾ ਖੜੂਗਾ SC, ਉਹਨੂੰ ਵੋਟ ਵੀ ਕੌਣ ਪਾਉਣਗੇ, SC ਪਾਉਣਗੇ। ਬਟ ਗਾਂਧੀ ਕਹਿ ਰਿਹਾ ਸੀ ਵੀ ਨਾ ਰਿਜ਼ਰਵੇਸ਼ਨ ਦੇ ਦਵਾ ਦੇਵਾਂਗਾ ਤੁਹਾਨੂੰ, ਮਤਲਬ ਵੀ ਬੰਦਾ ਤਾਂ ਖੜੇ ਚਾਹੇ SC, ਪਰ ਵੋਟ ਕੀ ਪਾਉਣਗੇ, ਜੁਆਇੰਟ ਇਲੈਕਸ਼ਨ ਹੋਊਗਾ। ਵੋਟ ਉਹਨੂੰ ਸਾਰੇ ਪਾਉਣਗੇ, ਹਰ ਕਮਿਊਨਿਟੀ ਦਾ ਬੰਦਾ ਪਾਊਗਾ। ਗੱਲ ਹੋਈ ਉਸ 'ਚ ਨਾ ਆਰ ਅੰਬੇਦਕਰ ਮੰਨ ਗਿਆ, ਹਾਂ ਚਲੋ ਵਧੀਆ ਵੀ ਸਾਨੂੰ ਇੱਕ ਨਾ ਸੀਟ ਵੀ ਵੱਧ ਗਈਆਂ। ਕੀ ਹੋ ਗਿਆ, ਇੱਕ ਜੁਆਇੰਟ ਰਿਜ਼ਰਵੇਸ਼ਨ ਮਿਲ ਗਈ ਵੀ ਜਿਹੜਾ ਹੁਣ ਪੂਨਾ ਪੈਕਟ ਹੈ। ਪੂਨਾ ਪੈਕਟ ਮਹਾਤਮਾ ਗਾਂਧੀ ਤੇ ਆਰ ਅੰਬੇਦਕਰ ਜੋ ਹੋਇਆ ਸੀ। ਆਹ ਕਿਸ ਕੀ ਰਿਲੇਟਿੰਗ ਸੀ, ਪੇਪਰ 'ਚ ਆ ਜਾਂਦਾ ਨਾ, ਰਿਲੇਟਿੰਗ ਟੂ ਰਿਜ਼ਰਵੇਸ਼ਨ ਆਫ ਡਿਪਰੈਸਡ ਕਲਾਸਿਸ। ਹੁਣ ਕਿਹੜੇ ਆਰਟੀਕਲ 'ਚ ਆਉਂਦਾ, 338 ਆਰਟੀਕਲ ਵਿੱਚ ਆਉਂਦਾ ਸੀ ਤੇ ST ਨੂੰ ਵਿੰਸ ਐਂਡ ਵਿੱਚ ਸੈਂਟਰਲ ਅਸੈਂਬਲੀ ਦੇ ਵਿੱਚ ਰਿਜ਼ਰਵ ਦਿੱਤੀਆਂ ਜਾਣ ਸੀਟਾਂ। ਕਹਿੰਦੀ 148 ਸੀਟਾਂ ਰਿਜ਼ਰਵ ਕਰ ਦਿੱਤੀ ਗਈਆਂ ਇਹਨਾਂ ਲਈ, ਇੰਸਟੈਡ ਆਫ 21 ਜਿਹੜੀ ਕਮਿਊਨਲ ਅਵਾਰਡ ਵਿੱਚ ਮਿਲ ਰਹੀ ਸੀ।
ਅਪਰੂਵ ਕਰ ਦਿੱਤਾ ਗਿਆ। ਕਿਉਂ? ਕਿਉਂਕਿ ਚ ਬ੍ਰਿਟਿਸ਼ਰਸ ਵੀ ਖੁਸ਼ ਸੀ ਕਿ ਚਲੋ ਉਹ ਤਾਂ ਮੰਨੇ ਆਹ ਹੁਣ ਵਿੱਚ ਦਾ ਇੱਕ ਤਰੀਕਾ ਦਾ ਕੱਢਿਆ ਇਹਨਾਂ ਨੇ। ਪੂਨਾ ਪੈਕਟ ਵਿੱਚ ਇੱਦਾਂ ਲਿਖ ਸਕਦੇ ਹਾਂ ਕਿ 18% ਸੀਟ ਆ ਜਿਹੜੀ ਦੇ ਵਿੱਚ ਉਹ ਰਿਜ਼ਰਵ ਕਰ ਦਿੱਤੀ ਗਈ। 18% ਸੀਟ ਆ ਰਿਜ਼ਰਵ ਕਰ ਦਿੱਤੀ ਗਈ ਤੇ 148 ਸੀਟ ਰਿਜ਼ਰਵ ਕਰ ਦਿੱਤੀ ਗਈ ਪ੍ਰੋਵਿੰਸ ਅਸੈਂਬਲੀ ਵਿੱਚ। ਆਰਟੀਕਲ 338 ਚੱਲਦਾ। ਇਹਨੇ ਇੱਕ ਗੱਲ ਹੋਰ ਹੋਈ ਕਿ ਨਾ ਮਹਾਤਮਾ ਗਾਂਧੀ ਨੇ ਨਾ ਇੱਕ ਵਰਡ ਦਿੱਤਾ ਹਰੀਜਨ। ਇਹ ਮਤਲਬ ਭਗਵਾਨ, ਜਨ ਮਤਲਬ ਲੋਕ, ਖੁਦਾ ਦੇ ਲੋਕ, ਦੇ ਬੱਚੇ। ਜਿਨ੍ਹਾਂ ਨੂੰ ਦਿੱਤਾ ਦਲਿਤ ਨੂੰ ਦਿੱਤਾ। ਤੇ ਇਦਾਂ ਪੇਪਰ ਚ ਆ ਸਕਦਾ ਕਿ ਕਿਸ ਐਕਟ ਦੇ ਰਾਹੀਂ ਦੀ ਨੇ ਨੈਕਸਟ ਕਲਾਸਿਸ ਨੂੰ ਇੱਕ ਆਪਣਾ ਵਰਡ ਦਿੱਤਾ ਤਾਂ ਹਰੀਜਨ ਵਰਡ ਦਿੱਤਾ ਪੂਨਾ ਪੈਕਟ ਦੇ ਰਾਹੀਂ। ਹੋ ਗਿਆ ਪੂਨਾ ਪੈਕਟ। ਉਸ ਤੋਂ ਬਾਅਦ ਕੀ ਹੋਈ? ਥਰਡ ਰਾਉਂਡ ਟੇਬਲ ਕਾਨਫਰੰਸ, RTC ਰਾਉਂਡ ਟੇਬਲ ਕਾਨਫਰੰਸ। ਇਹ ਕੀ ਹੋਈ? ਨਵੰਬਰ ਦਸੰਬਰ 1930 ਤੱਕ। ਠੀਕ ਹੈ। ਇੰਡੀਅਨ ਨੈਸ਼ਨਲ ਕਾਂਗਰਸ ਨੇ ਡਿਸਪੇਟ ਨਹੀਂ ਕੀਤਾ। ਪੇਪਰ ਚ ਨਾ ਆ ਜਾਂਦਾ ਇਹ ਨਾ ਤਿੰਨੋਂ ਟੇਬਲ ਕਾਨਫਰੰਸਸ ਹੋਈ। ਅੱਛਾ, ਡਿਸਪੇਟ ਕਿਸ ਨੇ ਕੀਤਾ? ਕੁਝ ਕਾਫੀ ਵਾਰ ਆ ਜਾਂਦਾ, ਇੰਪੋਰਟੈਂਟ ਕੁਐਸਚਨ ਬਣ ਜਾਂਦਾ। ਇਸ ਨੂੰ ਨੋਟ ਕਰਿਓ। ਸਰ ਹੈ ਤੇਜ ਬਹਾਦਰ ਸ਼ਾਸਤਰੀ, ਲਿਬਰਲ ਪਾਰਟੀ ਦੇ ਲੀਡਰ ਸੀ JBR ਅੰਬੇਦਕਰ। ਉਹਨੇ ਤਿੰਨੋਂ ਟੇਬਲ ਕਾਨਫਰੰਸਸ ਲਗਾਈਆਂ। ਗਾਂਧੀ ਨੇ ਓਨਲੀ ਸੈਕੰਡ ਟੇਬਲ ਕਾਨਫਰੰਸ ਅਟੈਂਡ ਕੀਤੀ। ਇਹਨਾਂ ਰਾਉਂਡ ਟੇਬਲ ਕਾਨਫਰੰਸਸ ਤੇ ਹੀ ਜਿੰਨੀ ਵੀ ਆ ਫਰਸਟ ਰਾਉਂਡ ਟੇਬਲ ਕਾਨਫਰੰਸ 1930 ਵਿੱਚ ਹੋਈ, 1931 ਵਿੱਚ ਜਿਹੜੀ ਸੈਕੰਡ ਰਾਉਂਡ ਟੇਬਲ ਕਾਨਫਰੰਸ ਹੋਈ, ਜਿਹੜੀ ਥਰਡ ਰਾਉਂਡ ਟੇਬਲ ਕਾਨਫਰੰਸ ਹੋਈ 1932 ਵਿੱਚ। ਇਹਨਾਂ ਦੇ ਬੇਸਿਸ ਤੇ ਹੀ ਹੋਇਆ ਗਵਰਨਮੈਂਟ ਆਫ ਇੰਡੀਆ ਐਕਟ 1935। ਅਸੀਂ ਆਪਣਾ ਕਨਸਟੀਟਿਊਸ਼ਨ ਬਣਾਵਾਂਗੇ ਨਾ, ਵਿੱਚ ਸਾਰੇ ਤੋਂ ਜ਼ਿਆਦਾ ਪਾਰਟ ਜਦੋਂ ਅਸੀਂ ਆਪਣਾ ਕਨਸਟੀਟਿਊਸ਼ਨ ਬਣਾਵਾਂਗੇ ਨਾ, ਉਹਦੇ ਨਾ 3 ਸੋਰਸਿਸ ਨੇ। ਉਹਦਾ ਮੇਜਰ ਸੋਰਸ ਹੈਗਾ ਆਹ ਗਵਰਨਮੈਂਟ ਆਫ ਇੰਡੀਆ ਐਕਟ 1935। ਸੋਰਸ ਹੈ ਆਪਣਾ ਅਦਰ ਕੰਟਰੀਜ਼ ਤੋਂ ਜਿਹੜਾ ਲਿੱਤਾ ਸੀ। ਇੱਦਾਂ ਕਰਕੇ 3 ਸੋਰਸਿਸ ਨੇ। ਵੱਡਾ ਸੋਰਸ ਗਵਰਨਮੈਂਟ ਆਫ ਇੰਡੀਆ 1930 ਤੋਂ ਹੀ ਲਿਆ ਸੀ। ਰਾਉਂਡ ਟੇਬਲ ਕਾਨਫਰੰਸਸ ਦੀ ਗੱਲ ਹੋਊਗੀ ਵੀ ਜਿੰਨੇ ਵੀ ਰਾਉਂਡ ਟੇਬਲ ਕਾਨਫਰੰਸਸ ਹੋਈ ਸੀ। ਠੀਕ ਹੈ। ਜਿਹੜਾ ਗਵਰਨਮੈਂਟ ਆਫ ਇੰਡੀਆ ਐਕਟ ਆ 1935 ਆ, ਮੈਂ ਅਗਲੀ ਵੀਡੀਓ 'ਚ ਡਿਸਕਸ ਕਰਾਂਗਾ। ਥੈਂਕ ਯੂ ਸੋ ਮਚ ਤੱਕ ਵੇਖਣ ਲਈ ਹੈ ਨਾ ਮੇਰੀ ਵੀਡੀਓਜ਼। ਤੇ ਉਮੀਦ ਕਰਦਾ ਕੁਝ ਤੁਹਾਨੂੰ ਵਧੀਆ ਸਿੱਖਣ ਨੂੰ ਮਿਲਿਆ ਹੋਊਗਾ। ਮੈਂ ਨਾ ਇੱਦਾਂ ਹੀ ਵਧੀਆ ਕੰਟੈਂਟ ਲੈ ਕੇ ਆਊਂਗਾ। ਮੇਰੇ ਨਾਲ ਜੁੜੇ ਰਹੋ ਹੈ ਨਾ, ਸਬਸਕ੍ਰਾਈਬ ਕਰਿਓ ਕਿਉਂਕਿ ਇਟ ਵਿਲ ਗਿਵ ਮੀ ਮੋਟੀਵੇਸ਼ਨ। ਥੈਂਕ ਯੂ ਸੋ ਮਚ। ਨਾਈਸ ਡੇ। ਬਾਏ ਬਾਏ। ਬੈਸਟ ਆਫ ਲੱਕ। ਜਲਦੀ ਆਪਣਾ ਪੇਪਰ ਕੱਢਿਓ, ਨੋਟਸ ਬਣਾ ਕੇ ਰੱਖਿਓ ਤੇ ਇਹਨਾਂ ਨੂੰ ਰਿਵਾਈਜ਼ ਕਰਦੇ ਰਹੋ। ਪ੍ਰੈਕਟਿਸ ਮੇਕਸ ਪਰਸਨ ਪਰਫੈਕਟ। ਯੂ